हेलो एवरीवन, सत श्री अकाल ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ 11ਵੀਂ ਕਲਾਸ ਦੀ ਇੰਗਲਿਸ਼ ਦੀ ਬੁੱਕ ਉਹਦਾ ਸਪਲੀਮੈਂਟਰੀ ਰੀਡਰ ਸੈਕਸ਼ਨ ਲਾਸਟ ਚੈਪਟਰ 6 ਦ ਪੀਜ਼ੈਂਟਸ ਬ੍ਰੈਡ ਯਾਨੀ ਕਿ ਇੱਕ ਕਿਸਾਨ ਦੀ ਰੋਜ਼ੀ ਰੋਟੀ ਬਾਰੇ ਗੱਲ ਕੀਤੀ ਗਈ ਹੈ ਇਸ ਚੈਪਟਰ ਦੇ ਵਿੱਚ ਤੇ ਅੱਜ ਆਪਾਂ ਡਿਸਕਸ ਕਰਾਂਗੇ ਇਸ ਚੈਪਟਰ ਦੇ ਬੈਕ ਐਕਸਰਸਾਈਜ਼ ਕੁਐਸਚਨ ਆਨਸਰਸ। ਸ਼ੁਰੂ ਕਰਦੇ ਹਾਂ। ਪਹਿਲਾ ਹੈ ਕਿ ਨੇ ਸ਼ਾਰਟ ਆਨਸਰ ਟਾਈਪ ਕੁਐਸਚਨਸ, ਛੋਟੇ उत्तरां वाले प्रश्न। पहला, what was the peasant's routine before breakfast? breakfast करन तो पहला वो की routine follow करते सी। the peasant यानी किसान would go to his field early in the morning, वो सवेरे उठ के अपने खेतां नूं चले जांदे सी। he would take his breakfast with him, ते अपना खाना वो नाल ही ले जांदे सी। there he would plow his fields before taking his breakfast, उत्थे खेतां विच जाके पहला वो हल वांदे सी ते फिर अपना खाना खांदे सी। अगे, who had stolen the peasants bread and why? देखो एक imp ने इत्थे जिहड़ा word हैगा imp जिहड़ा हैगा वो devil ने भेजिया सी कोई माड़ा काम करन दे लई, ठीक है, एक दूत कह सकते हैं। ते इत्थे imp ने खाना खाया सी उस peasant दा। the imp had stolen the peasants bread यानी ਉਹਦਾ ਨਾਸ਼ਤਾ ਉਹਨੇ ਖਾ ਲਿਆ ਸੀ क्योंकि ਉਹਨੂੰ ਖਿਜਾਣਾ ਸੀ, ਸੜਾਣਾ ਸੀ। devil ने imp ਨੂੰ ਇਹ ਕੰਮ ਦਿੱਤਾ ਸੀ ਵੀ ਜਾ ਕੇ ਇਹਨੂੰ ਮਾੜਾ ਜਿਹਾ ਰਿਐਕਸ਼ਨ ਲੈ ਕੇ ਆਏ ਦੋ, ਇਹਦੇ ਤੋਂ ਗੁੱਸਾ ਚੜਾਏ ਨੂੰ। he had come there to obey his master's command, ਉਹ ਆਪਣੇ ਮਾਸਟਰ ਡੇਵਲ ਦੀ ਕਮਾਂਡ ਓਬੇ ਕਰਨ ਲਈ ਇੱਥੇ ਆਇਆ ਸੀ। he had been ordered to corrupt the gentle peasant, ਉਹਨੂੰ ਇਹ ਆਰਡਰ ਮਿਲਿਆ ਸੀ ਵੀ ਜਾ ਕੇ ਇਹਨੂੰ ਗੁੱਸਾ ਦਵਾ, ਇਹਨੂੰ ਦੁੱਖ ਦੇ, ਜਿਹਦੇ ਨਾਲ ਇਹ ਮਤਲਬ ਗੁੱਸੇ ਦੇ ਵਿੱਚ ਆ ਜਾਏ। he wanted to make the peasant swear, कहने का मतलब ਉਹਨੂੰ ਗੁੱਸਾ ਦਿਵਾਉਣ ਦਾ ਕੰਮ ਮਿਲਿਆ ਸੀ। he wanted to make him call on the name of the devil, ਤੇ ਉਹ ਚਾਹੁੰਦਾ ਸੀ ਵੀ ਮੂੰਹ ਚੋਂ ਉਹ ਬੁਰਾ ਭਲਾ ਬੋਲੇ। what was the peasant's reaction when he found his bread stolen by the imp? ਉਹਨੂੰ ਇਹ ਨਹੀਂ ਪਤਾ ਸੀ ਕਿ ਇਹਨੇ ਚੋਰੀ ਕੀਤਾ, ਬਟ ਉਹਨੇ ਕਿਸਾਨ ਨੇ ਕਿਹੋ ਜਿਹਾ ਰਿਐਕਟ ਕੀਤਾ ਜਦ ਉਹਨੂੰ ਪਤਾ ਚੱਲਿਆ ਵੀ ਉਹਦਾ ਖਾਣਾ ਚੋਰੀ ਹੋ ਗਿਆ। when the peasant found his breakfast stolen, he didn't get angry, ਸਗੋਂ ਇੰਪ ਤਾਂ ਚਾਹੁੰਦਾ ਸੀ ਉਹਨੂੰ ਗੁੱਸਾ ਆਏ, ਬਟ ਕੰਟਰੀ ਉਲਟਾ ਇਹ ਹੋਇਆ ਵੀ ਕਿਸਾਨ ਨੂੰ ਬਿਲਕੁਲ ਗੁੱਸਾ ਨਹੀਂ ਆਇਆ। he did not swear in the name of the devil, ਉਹਨੂੰ ਕੁਝ ਕਿਸੇ ਨੂੰ ਵੀ ਕੁਝ ਵੀ ਬੁਰਾ ਭਲਾ ਨਹੀਂ ਬੋਲਿਆ, ਗਾਲਾਂ ਨਹੀਂ ਕੱਢੀਆਂ, ਜੋ ਕਿ ਇੰਪ ਚਾਹੁੰਦਾ ਸੀ ਇਦਾਂ ਹੋਏ। he only said, after all I shall not die of hunger, ਤੇ ਉਹ ਕਹਿੰਦਾ ਮੈਂ ਭੁੱਖੇ ਥੋੜੀ ਮਰ ਜਾਵਾਂਗਾ। no doubt whoever took the bread needed it, may it do him good, ਵੀ ਉਹਦਾ ਭਲਾ ਹੋਏ, ਜਿਹਨੂੰ ਲੋੜ ਸੀ ਉਹਨੇ ਲੈ ਲਈ, ਕੋਈ ਗੱਲ ਨਹੀਂ। ਤਾਂ ਇੰਪ ਦਾ ਜਿਹੜਾ ਮੇਨ ਮਕਸਦ ਸੀ ਉਹ ਸਕਸੈਸਫੁਲ ਨਹੀਂ ਹੋ ਪਾਇਆ ਸੀ ਉਹਨੂੰ ਗੁੱਸਾ ਦਿਵਾਉਣ ਦੇ ਵਿੱਚ। ਅੱਗੇ, why was the imp upset to find the peasant calm? ਇੰਪ ਨੂੰ ਗੁੱਸਾ ਕਿਉਂ ਆਇਆ ਵੀ ਇਹ ਕਿਸਾਨ ਜਿਹੜਾ ਹੈ ਇੰਨਾ ਸ਼ਾਂਤ ਹੈਗਾ, ਇਹਦਾ ਖਾਣਾ ਚੋਰੀ ਹੋ ਗਿਆ, ਮਤਲਬ ਉਹਨੂੰ ਤਾਂ ਗਾਲਾਂ ਕੱਢਣੀਆਂ ਚਾਹੀਦੀਆਂ ਸੀ, ਤਾਂ ਇੰਪ ਨੂੰ ਵਧੀਆ ਕਿਉਂ ਨਹੀਂ ਲੱਗਿਆ। the imp was upset because he had failed in his business, क्योंकि वो अपने काम करन दे विच वो fail हो गया सी। he had stolen the peasant's bread to provoke him to swear in the name of the devil, ਉਹਨੇ ਤਾਂ ਨਾਸ਼ਤਾ ਇਸ ਕਰਕੇ ਚੋਰੀ ਕੀਤਾ ਸੀ ਵੀ ਸ਼ਾਇਦ ਉਹ ਮਾੜਾ ਬੋਲੇ, ਉਹਨੂੰ ਗੁੱਸਾ ਆਏ। but the peasant did not get angry, ਪਰ ਕਿਸਾਨ ਗੁੱਸਾ ਨਹੀਂ ਹੋਇਆ, rather he remained calm, ਉਹ ਤਾਂ ਸ਼ਾਂਤ ਰਿਹਾ। the imp had not been able to make the peasant do any wrong, imp तो ਉਹਦੇ ਤੋਂ ਕੁਝ ਗਲਤ ਕਰਵਾਇਆ ਹੀ ਨਹੀਂ ਗਿਆ, so he was upset, ਇਸੇ ਕਰਕੇ ਉਹ ਆਪ ਦੁਖੀ ਸੀ। आगे, what was the threat given to the imp by his master the devil? ਇਹ devil ਜਿਹੜਾ ਸੀ ਸ਼ੈਤਾਨ, ਉਹ imp ਦਾ ਮਾਸਟਰ ਸੀ, ਤੇ ਉਹਨੇ imp ਨੂੰ ਕੀ ਥ੍ਰੈਟ ਦਿੱਤਾ ਸੀ, ਵੀ ਕੀ ਹੁਕਮ ਦਿੱਤਾ ਸੀ ਵੀ ਇਹ ਨਹੀਂ ਹੋਇਆ ਤਾਂ ਐਦਾਂ ਹੋਏਗਾ। the devil had ordered the imp to corrupt the gentle peasant, ਉਹਨੇ ਕਿਹਾ ਸੀ ਵੀ ਇਹਨੂੰ ਕਰਪਟ ਕਰਕੇ ਆ, ਮਤਲਬ ਇਹਦਾ ਜੋ ਸ਼ਾਂਤ ਰਵਈਆ ਉਹਨੂੰ ਵਿਗਾੜ ਕੇ ਆ, ਇਹ ਉਹਨੂੰ ਕੰਮ ਦਿੱਤਾ ਸੀ ਇੰਪ ਨੂੰ। but the imp failed in it, ਕਿਉਂਕਿ ਜਦੋਂ ਉਹਨੇ ਨਾਸ਼ਤਾ ਚੋਰੀ ਕੀਤਾ ਤਾਂ ਕਿਸਾਨ ਨੂੰ ਗੁੱਸਾ ਆਇਆ ਨਹੀਂ। at this the devil became very angry with the imp, ਤੇ ਇਹ ਦੇਖ ਕੇ ਕਿਉਂਕਿ ਇੰਪ ਨਾ ਸਫਲ ਹੋ ਪਾਇਆ ਸੀ, ਇਸੇ ਕਰਕੇ ਡੇਵਲ ਨੂੰ ਇੰਪ ਤੇ ਬਹੁਤ ਗੁੱਸਾ ਆਇਆ। he said to the imp that if in 3 years he did not get the better of the peasant, he would be thrown into holy water, ਤੇ ਉਹਨੇ ਕਿਹਾ ਵੀ ਜੇ 3 ਸਾਲਾਂ ਦੇ ਵਿੱਚ ਇਹਨੂੰ ਤੂੰ ਕਰਪਟ ਨਹੀਂ ਬਣਾ ਪਾਇਆ, ਮਤਲਬ ਇਹਦੀ ਬੋਲੀ ਖਰਾਬ ਨਹੀਂ ਕਰ ਪਾਇਆ, ਇਹਦੇ ਤੋਂ ਮਾੜਾ ਨਹੀਂ ਬੁਲਵਾ ਪਾਇਆ, ਤਾਂ ਤੈਨੂੰ ਮੈਂ ਅੱਗ ਦੇ ਵਿੱਚ ਸਿੱਟ ਦਾਂਗਾ, ਗੰਦੇ ਪਾਣੀ ਦੇ ਵਿੱਚ ਸਿੱਟ ਦਾਂਗਾ, ਇਦਾਂ ਦੀ ਸਜ਼ਾ ਦਿੱਤੀ ਗਈ।
ਅੱਗੇ what advice did imp give to the peasant in the first year? ਉਸ ਤੋਂ ਬਾਅਦ ਨਾ ਹੋਇਆ ਇਹ ਸੀ ਵੀ imp ਜਿਹੜਾ ਉਹ ਇੱਕ ਹਾਰਡ ਵਰਕਿੰਗ ਦੋਸਤ ਬਣ ਗਿਆ ਸੀ ਕਿਸਾਨ ਦਾ, ਉਹਦੇ ਕੋਲ ਕੰਮ ਕਰਨ ਆ ਗਿਆ ਸੀ ਤੇ ਪਹਿਲੇ ਸਾਲ ਉਹਨੂੰ ਕੀ ਐਡਵਾਈਸ ਦਿੱਤੀ ਦੇਖੋ। The imp wanted to make the gentle peasant corrupt, ਉਹ ਉਹਨੂੰ ਕਰਪਟ ਬਣਾਉਣਾ ਚਾਹੁੰਦਾ ਸੀ, ਮਤਲਬ ਇਸ ਤਰੀਕੇ ਦਾ ਬੰਦਾ ਜਿਹਦੇ ਕੋਲ ਲੋੜ ਤੋਂ ਜ਼ਿਆਦਾ ਚੀਜ਼ ਹੋਏ। For this he decided to make the peasant rich, ਕਰਪਟ ਬਣਾਉਣ ਲਈ ਸਭ ਤੋਂ ਪਹਿਲਾ ਕੰਮ ਇਹ ਹੈ ਵੀ ਉਹਨੂੰ ਅਮੀਰ ਬਣਾ ਦਿਓ, ਲੋੜ ਤੋਂ ਜ਼ਿਆਦਾ ਦੇ ਦਿਓ। And that could be done only if the peasant had good crops, ਇਹ ਤਾਂ ਹੀ ਹੋ ਸਕਦਾ ਸੀ ਜੇ ਉਹਦੇ ਕੋਲ ਚੰਗੀ ਫਸਲ ਹੋਏ। So in the first year the imp advised the peasant to sow corn in the low lying damp places, ਉਹਨੇ ਕਿਹਾ ਵੀ ਤੂੰ ਜਿਹੜੀ ਕਣਕ ਛੱਲੀ ਦੀ ਫਸਲ ਉਗਾਣੀ ਹੈ ਉਹ ਲੋ ਲਾਈਂਗ ਮਤਲਬ ਸਾਰੇ ਪੱਧਰੇ ਲੈਂਡ ਤੇ ਲਾਣਗੇ, ਲੈਵਲ ਫੀਲਡ ਤੇ ਲਾਣਗੇ, ਤੂੰ ਥੋੜਾ ਥੱਲੇ ਕਰਕੇ ਲਾਈ ਜਿਹਦੇ ਨਾਲ ਬਾਕੀ ਸਾਰਿਆਂ ਦੀ ਫਸਲ ਜਿਹੜੀ ਹੈ ਖਰਾਬ ਹੋ ਗਈ ਸੀ ਉਸ ਸਾਲ, ਬਟ ਕਿਉਂਕਿ ਉਹਨੇ ਥੱਲੇ ਵਾਲੇ ਏਰੀਆ 'ਚ ਲਾਈ ਸੀ, ਸੁੱਕਾ ਪਿਆ ਜਾਂ ਜੋ ਵੀ ਪ੍ਰੋਬਲਮ ਆਈ ਉਹਦੀ ਫਸਲ ਨੂੰ ਨਹੀਂ ਖਰਾਬ ਕਰ ਪਾਈ ਤੇ ਉਹਦੀ ਸਿਰਫ ਉਹਦੀ ਹੀ ਫਸਲ ਕਿਸਾਨ ਦੀ ਵਧੀਆ ਰਹੀ ਜਿਹਨੇ ਇੰਪ ਦੀ ਗੱਲ ਮੰਨੀ ਸੀ। ਤੇ ਰੀਜ਼ਨ ਕੀ ਸੀ ਲੋ ਲਾਈਂਗ ਡੈਮ ਪਲੇਸ ਦੇ ਵਿੱਚ, ਡੈਮ ਯਾਨੀ ਗਿੱਲੀ ਥਾਂ ਤੇ ਲਾਉਣ ਦਾ, ਉਸ ਸਾਲ ਕੀ ਹੋਇਆ ਸੀ ਇਹ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ, ਇਹ ਚੀਜ਼ ਮੈਂ ਸਮਰੀ ਦੇ ਵਿੱਚ ਵੀ ਦੱਸੀ ਹੋਈ ਹੈ। ਅੱਗੇ what was the result of imp's advice, imp ਨੇ ਜੋ ਐਡਵਾਈਸ ਦਿੱਤੀ ਸੀ ਪਹਿਲੇ ਸਾਲ ਉਹਦਾ ਰਿਜ਼ਲਟ ਕੀ ਨਿਕਲਿਆ? The peasant took the imp's advice and sowed the corn in a low lying damp place, ਉਹਨੇ ਗਿੱਲੀ ਥਾਂ ਤੇ ਜੋ ਥੱਲੇ ਕਰਕੇ ਸੀ ਉਹਦੇ ਤੇ ਛੱਲੀ ਦੀ ਫਸਲ ਲਾਈ ਸੀ। That year happened to be a very dry one, ਉਹ ਸਾਲ ਸੁੱਕਾ ਪੈ ਗਿਆ ਸੀ, ਉਹਨੇ ਥੱਲੇ ਕਰਕੇ ਲਾਈ ਸੀ ਨਾ ਜਿੱਥੇ ਆਲਰੇਡੀ ਗਿੱਲਾ ਸੀ। The hot sun burnt up the crops of the other farmers, ਤੇ ਇੰਨੀ ਗਰਮੀ ਪਈ ਸੀ ਕਿ ਫਸਲਾਂ ਜਲ ਗਈਆਂ ਸੀ ਬਾਕੀ ਕਿਸਾਨਾਂ ਦੀਆਂ। But the poor peasant had a very good crop, but ਉਹ ਕਿਸਾਨ ਦੀ ਉਸ ਵੇਲੇ ਫਸਲ ਬਹੁਤ ਵਧੀਆ ਹੋਈ ਸੀ। ਅੱਗੇ what was the imp's advice the second year, imp second year ਦੂਜੇ ਸਾਲ ਕੀ ਐਡਵਾਈਸ ਸਲਾਹ ਦਿੱਤੀ ਕਿਸਾਨ ਨੂੰ? The second year the imp advised the peasant to grow corn on a hill, ਉਹਨੇ ਕਿਹਾ ਵੀ ਐਤਕੀ ਛੱਲੀ ਤੁਸੀਂ ਪਹਾੜ ਤੇ ਲਾਇਓ, ਢਲਾਨ ਤੇ। What happened during the second year, ਦੂਜੇ ਸਾਲ ਕੀ ਹੋਇਆ ਸੀ? That year it happened to be a wet summer, यानी बहुत ज़्यादा उस साल बारिश हुई सी, उल्टा होया सी, it rained heavily. As a result, the crops of other people were beaten down by the rain, ਜਿਹਦੇ ਕਰਕੇ ਬਾਕੀਆਂ ਦੀ ਜਿਹੜੀ ਫਸਲ ਸੀ ਬਾਰਿਸ਼ ਕਰਕੇ ਤਬਾਹ ਹੋ ਗਈ ਸੀ। But the peasant's crop was on the hill, but ਇਸ ਕਿਸਾਨ ਦੀ ਜਿਹੜੀ ਫਸਲ ਸੀ ਉਹ ਪਹਾੜੀ ਤੇ ਸੀ ਤੇ it grew very fine once again and it made the peasant rich, ਇਸ ਕਰਕੇ ਉਹਦੀ ਫਸਲ ਬਹੁਤ ਵਧੀਆ ਹੋਈ ਸੀ ਤੇ ਉਹ ਕਾਫੀ ਐਤਕੀ ਵੀ ਅਮੀਰ ਬਣ ਗਿਆ ਸੀ। ਅੱਗੇ what did the imp teach the peasant to do with the excess grain he had, imp ਨੇ ਕੀ ਕਿਹਾ ਵੀ ਤੇਰੇ ਕੋਲ ਇੰਨੀ ਜ਼ਿਆਦਾ ਭਾਰੀ ਮਾਤਰਾ ਵਿੱਚ ਫਸਲ ਹੋ ਗਈ ਹੈ ਵੀ ਤੂੰ ਇਹਦਾ ਕੀ ਕਰ? The imp taught the peasant how he could crush the grain and make vodka from it, ਉਹਨੇ ਕਿਹਾ ਵੀ ਇਸ ਗ੍ਰੇਨ ਨੂੰ ਕ੍ਰਸ਼ ਕਰਕੇ ਤੂੰ ਇਹਦੇ ਤੋਂ ਇੱਕ ਸ਼ਰਾਬ ਬਣਦੀ ਹੈ ਵੋਡਕਾ, ਤੂੰ ਉਹ ਬਣਾ ਲੈ। In fact, the imp had got the better of the peasants, ਮਤਲਬ ਬਾਕੀ ਕਿਸਾਨਾਂ ਤੋਂ ਤਾਂ ਉਹਦੀ ਫਸਲ ਵਧੀਆ ਹੋਈ ਸੀ, ਬੰਪਰ ਵੀ ਹੋਈ ਸੀ, ਬਚ ਵੀ ਗਈ ਸੀ। He had only made certain that the peasant had more grain that he needed, ਇੰਪ ਦਾ ਮੇਨ ਏਮ ਤਾਂ ਇਹ ਸੀ ਨਾ ਵੀ ਲੋੜ ਤੋਂ ਜ਼ਿਆਦਾ ਉਹਦੀ ਫਸਲ ਹੋ ਜਾਏ, ਜ਼ਿਆਦਾ ਪੈਸਾ ਆ ਜਾਏ ਜਿਹਦੇ ਨਾਲ ਉਹ ਕਰਪਟ ਬਣ ਜੇ। Then he showed him the way to get pleasure out of it, ਹੁਣ ਫਸਲ ਤਾਂ ਜ਼ਿਆਦਾ ਹੋ ਗਈ ਸੀ, ਹੁਣ ਉਹਨੇ ਉਹ ਦੱਸਿਆ ਵੀ ਕਿਸ ਤਰੀਕੇ ਨਾਲ ਇਹਦਾ ਫਾਇਦਾ ਚੱਕ ਸਕਦਾ, ਐਸ਼ ਕਰ ਸਕਦਾ ਹੈ। He showed him the way of drinking, ਵੀ ਸ਼ਰਾਬ ਪੀਣ ਦੇ ਰਸਤੇ ਤੇ ਉਹਨੂੰ ਪਾਤਾ ਸੀ। What happened when the guests in the peasant's house drank the first glass of vodka, ਕੀ ਹੋਇਆ ਜਦ ਉਹ peasant ਦੇ ਘਰ ਜਾ ਕੇ ਜਿਹੜੇ ਲੋਕ ਇਕੱਠੇ ਹੋਏ ਸੀ farmers, ਉਹਨਾਂ ਨੇ ਪਹਿਲਾ ਰਾਉਂਡ ਪੀਤਾ ਸ਼ਰਾਬ ਦਾ। When the guests in the peasant's house drank the first glass of vodka, they started telling nice lies about each other, ਇੱਕ ਦੂਜੇ ਬਾਰੇ ਜਿਵੇਂ ਸ਼ਰਾਬ ਪੀ ਕੇ ਝੂਠੀਆਂ ਗੱਲਾਂ ਕਰਦੇ ਨੇ ਨਾ, ਤਾਰੀਫਾਂ ਕਰਦੇ ਨੇ, ਉਹਨਾਂ ਨੇ ਵੀ ਉਹ ਕਰਨਾ ਸ਼ੁਰੂ ਕਰਤਾ। ਯਾਦ ਰੱਖਿਓ ਪਹਿਲੇ ਗਲਾਸ ਤੋਂ ਬਾਅਦ ਝੂਠੇ ਤਾਰੀਫਾਂ ਕਰਨੀਆਂ ਸ਼ੁਰੂ ਕੀਤੀਆਂ ਸੀ। They made soft speeches full of lies, ਮਤਲਬ ਸਪੀਚ ਦੇਣੀ ਸ਼ੁਰੂ ਕਰ ਦੀ ਝੂਠੀ। They behaved like foxes, ਲੋਮੜੀਆਂ ਵਾਂਗ behave ਕਰ ਰਹੇ ਸੀ। Trying to please each other ਨੂੰ ਹਰੇਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। Thus they began to cheat each other with their false talk, ਇੱਕ ਦੂਜੇ ਨੂੰ ਚੀਟ ਕਰਨ, ਧੋਖਾ ਦੇਣ ਦੀ ਟਰਾਈ ਕਰ ਰਹੇ ਸੀ ਮਿੱਠੀਆਂ ਗੱਲਾਂ ਕਰਕੇ। ਅੱਗੇ what happened as they drank the second glass, ਜਦ ਉਹਨਾਂ ਨੇ ਦੂਜਾ ਗਲਾਸ ਪੀਤਾ ਸ਼ਰਾਬ ਦਾ ਤੇ ਫੇਰ ਮਾਹੌਲ ਕਿਦਾਂ ਦਾ ਬਣ ਗਿਆ, ਉਹਨਾਂ ਨੇ ਕਿਹੋ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ।
ਇੰਪੋਰਟੈਂਟ ਹੈ ਦੂਜੇ ਤੇ ਤੀਜੇ ਕਲਾਸ ਤੇ ਵੀ ਕੀ ਹੋਇਆ ਸੀ। ਤਿੰਨੋਂ ਸਵਾਲ ਇੰਪੋਰਟੈਂਟ ਨੇ ਤੇ ਪਹਿਲੇ ਤੇ ਦੂਜੇ ਸਾਲ ਕੀ ਐਡਵਾਈਸ ਦਿੱਤੀ ਸੀ ਇਹ ਵੀ ਇੰਪੋਰਟੈਂਟ ਹੈ, ਯਾਦ ਰੱਖਿਓ ਇਸ ਦੇ ਵਿੱਚ। As they drank the second glass of vodka, ਜਿਵੇਂ ਹੀ ਉਹਨਾਂ ਨੇ ਦੂਜਾ ਗਲਾਸ ਪੀਤਾ ਵੋਡਕਾ ਦਾ, their talk became wilder and rougher। ਉਹਨਾਂ ਨੇ ਮਤਲਬ ਬੇਕਾਬੂ ਤੇ ਰੌਲਾ ਪਾਉਣ ਵਾਲੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। Instead of making soft speeches, ਇੱਕ ਦੂਜੇ ਨੂੰ ਭਾਸ਼ਣ ਦੇਣਾ ਜੋ ਆਰਾਮ ਨਾਲ ਦੇ ਰਹੇ ਸੀ, they began to grow angry। ਗੁੱਸਾ ਆਉਣਾ ਸ਼ੁਰੂ ਹੋ ਗਿਆ ਸੀ ਉਹਨਾਂ ਨੂੰ ਸੈਕਿੰਡ ਗਲਾਸ ਪੀਣ ਤੋਂ ਬਾਅਦ। Soon they started behaving like fierce wolves। ਕਹਿਣ ਦਾ ਮਤਲਬ ਜਲਦੀ ਹੀ ਉਹਨਾਂ ਨੇ ਇੱਕ ਜਿਵੇਂ ਜੰਗਲੀ ਭਗਿਆੜ ਨਹੀਂ ਹੁੰਦਾ ਉਹਦੇ ਤਰੀਕੇ ਨਾਲ ਬਿਹੇਵ ਕਰਨਾ ਸ਼ੁਰੂ ਕਰਤਾ ਸੀ, ਫੀਅਰਸ। ਦੇ ਸਟਾਰਟਡ ਫਾਈਟਿੰਗ ਐਂਡ ਅਬਿਊਜ਼ਿੰਗ ਈਚ ਅਦਰ। ਇੱਕ ਦੂਜੇ ਨਾਲ ਆਪਸ ਦੇ ਵਿੱਚ ਲੜਨਾ ਗਾਲੀ ਗਲੋਚ ਕੱਢਣਾ ਸ਼ੁਰੂ ਕਰਤਾ ਸੀ। ਦੇ ਹਿਟ ਈਚ ਅਦਰ ਔਨ ਦ ਨੋਜ਼। ਨੱਕ ਤੇ ਵੀ ਮਾਰਨਾ ਸ਼ੁਰੂ ਕਰਤਾ ਸੀ। ਹੁਣ ਅੱਗੇ ਹੈਗਾ ਵਾਟ ਹੈਪਨਡ ਵੈਨ ਦ ਗੈਸਟ ਹੈਡ देयर ਥਰਡ ਗਲਾਸ। ਤੀਜਾ ਗਲਾਸ ਦਾਰੂ ਦਾ ਪੀਣ ਤੋਂ ਬਾਅਦ ਕੀ ਹੋਇਆ? When the guests had their third glass of vodka, they stopped fighting with each other। ਹੁਣ ਉਹਨਾਂ ਨੇ ਲੜਾਈ ਕਰਨੀ ਬੰਦ ਕਰਤੀ ਸੀ। Now they started behaving like pigs। ਜਿਵੇਂ ਸੂਅਰ ਨਹੀਂ ਹੁੰਦੇ ਉਹਦੇ ਵਰਗਾ ਬਿਹੇਵ ਕਰਨਾ ਸ਼ੁਰੂ ਕਰਤਾ ਸੀ। They made strange noises। ਆਵਾਜ਼ਾਂ ਕੱਢਣੀਆਂ ਸ਼ੁਰੂ ਕਰਤੀਆਂ ਸੀ ਸੂਅਰਾਂ ਵਾਂਗ। They shouted without knowing why। ਉਹ ਚੀਕਣ ਲੱਗ ਪਏ ਸੀ ਇਹ ਜਾਣੇ ਬਿਨਾ ਵੀ ਉਹ ਕਿਉਂ ਚੀਕ ਰਹੇ ਨੇ। They did not listen to one another। ਇੱਕ ਦੂਜੇ ਦੀ ਗੱਲ ਨਹੀਂ ਸੁਣ ਰਹੇ ਸੀ। ਯਾਦ ਰੱਖਿਓ ਤੀਜਾ ਗਲਾਸ ਪੀਣ ਤੋਂ ਬਾਅਦ ਆਵਾਜ਼ਾਂ ਕੱਢ ਰਹੇ ਸੀ, ਪਿਗਸ ਵਾਂਗ ਬਿਹੇਵ ਕਰ ਰਹੇ ਸੀ। ਅੱਗੇ what exactly had the imp done। ਤੇ ਅੰਤ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਵੀ ਅਸਲ ਵਿੱਚ ਇੰਪ ਨੇ ਕੀ ਕੀਤਾ ਸੀ। The imp had got the better of the peasant। ਜੋ ਕਢਵਾਉਣਾ ਸੀ ਕਿਸਾਨ ਤੋਂ ਉਹ ਕਰਵਾ ਚੁੱਕਿਆ ਸੀ। He had only made certain that the peasant had more grain that he needed। ਉਹਨੇ ਪਹਿਲਾਂ ਇਹ ਯਕੀਨੀ ਬਣਾਇਆ ਵੀ ਕਿਸਾਨ ਕੋਲ ਲੋੜ ਤੋਂ ਜ਼ਿਆਦਾ ਜਾਂ ਲੋੜ ਤੋਂ ਵੱਧ ਅਨਾਜ ਹੋ ਜੇ। Then he showed him the way to get pleasure out of it। ਫਿਰ ਉਹਨੇ ਉਹ ਤਰੀਕਾ ਦੱਸਿਆ ਵੀ ਇਸ ਤੋਂ ਕਿਵੇਂ ਖੁਸ਼ੀ ਲਈ ਜਾ ਸਕਦੀ ਹੈ। He showed him the way of drinking। ਯਾਨੀ ਦਾਰੂ ਪੀਣ ਦਾ ਰਸਤਾ ਉਹਨੂੰ ਦਿਖਾ ਦਿੱਤਾ। ਅੱਗੇ how was the imp rewarded by his master। imp ਨੂੰ ਉਸਦੇ ਮਾਸਟਰ ਡੈਵਲ ਦੁਆਰਾ ਕਿਸ ਤਰੀਕੇ ਨਾਲ ਇਨਾਮ ਦਿੱਤਾ ਗਿਆ। The imp had finally succeeded in his plan to corrupt the gentle peasant and thus he had obeyed the command of his master। ਦੇਖੋ ਉਹਨੇ ਕਰਪਟ ਕਰਤਾ ਸੀ ਉਸਨੂੰ ਜੋ ਚਾਹੁੰਦਾ ਸੀ ਉਹ ਡੈਵਲ ਵੀ ਇਹ ਸਾਊ ਜਿਹੜਾ ਕਿਸਾਨ ਹੈਗਾ ਇਹਨੂੰ ਵਿਗਾੜਨਾ, ਉਹ ਮਕਸਦ ਪੂਰਾ ਹੋ ਗਿਆ ਸੀ। The master forgave the imp for his former mistake। ਉਹਦੀ ਪੁਰਾਣੀ ਜਿਹੜੀ ਗਲਤੀ ਸੀ ਉਹਦੇ ਲਈ ਉਹਨੇ ਮਾਫ ਕਰਤਾ ਉਹਦੇ ਮਾਸਟਰ ਨੇ ਡੈਵਲ ਨੇ and gave him a position of high honor। ਬੜੀ ਇੱਜ਼ਤ ਦੀ ਪੋਜੀਸ਼ਨ ਉਹਨੂੰ ਦੇ ਦਿੱਤੀ ਸੀ। ਅੱਗੇ ਹੈਗੇ ਨੇ ਲੌਂਗ ਆਨਸਰ ਟਾਈਪ ਕੁਐਸਚਨ ਵੱਡੇ ਉੱਤਰਾਂ ਵਾਲੇ। ਪਹਿਲਾ ਕੁਐਸਚਨ ਹੈ ਡਿਸਕ੍ਰਾਈਬ ਦ ਸੀਨ ਆਫ ਦ ਪਾਰਟੀ ਗੋਇੰਗ ਔਨ ਐਟ ਦ ਪੀਜ਼ੈਂਟਸ ਹਾਊਸ। ਕਿਸਾਨ ਦੇ ਘਰ ਜੋ ਪਾਰਟੀ ਹੋ ਰਹੀ ਸੀ ਉੱਥੇ ਦਾ ਦ੍ਰਿਸ਼ ਦਾ ਵਰਣਨ ਕਰੋ। ਦੇਖੋ ਦ ਪੀਜ਼ੈਂਟ ਹੈਡ ਇਨਵਾਈਟਡ ਹਿਜ਼ ਵੈਲਦੀ ਫਰੈਂਡਸ। ਉਹ ਕਿਸਾਨ ਨੇ ਆਪਣੇ ਅਮੀਰ ਦੋਸਤਾਂ ਨੂੰ ਬੁਲਾਇਆ ਸੀ ਜੋ ਕਿਸਾਨ ਸੀਗੇ। ਹੀ ਵਾਸ ਗਿਵਿੰਗ them ਡਰਿੰਕਸ। ਉਹਨਾਂ ਨੂੰ ਪਿਲਾ ਰਿਹਾ ਸੀ ਸ਼ਰਾਬ। ਹਿਜ਼ ਵਾਈਫ ਵਾਸ ਗੋਇੰਗ ਅਰਾਊਂਡ ਵਿਦ ਦ ਡਰਿੰਕਸ। ਉਹ ਸਰਵ ਕਰ ਰਹੀ ਸੀ ਡਰਿੰਕਸ। She fell against a table and a glass full fell on the floor। ਉਹ ਟੇਬਲ ਤੋਂ ਟਕਰਾ ਕੇ ਇੱਕਦਮ ਗਿਰ ਗਈ ਤੇ ਗਲਾਸ ਵੀ ਗਿਰ ਗਿਆ ਜਿਹਦੇ ਵਿੱਚ ਦਾਰੂ ਸੀ। The peasant shouted angrily at her। ਇਹ ਦੇਖ ਕੇ ਕਿਸਾਨ ਉਸਤੇ ਗੁੱਸੇ ਨਾਲ ਚੀਕਿਆ। He began to serve the drinks himself। ਉਹਨੇ ਫਿਰ ਆਪ ਹੀ ਸਰਵ ਕਰਨਾ ਸ਼ੁਰੂ ਕਰਤਾ ਡਰਿੰਕਸ ਨੂੰ। Then he also sat down to drink with his friends। ਤੇ ਆਪ ਵੀ ਪੀਣ ਬੈਠ ਗਿਆ। Soon they started behaving like foxes। ਪਹਿਲਾਂ ਉਹ foxes ਵਾਂਗ behave ਕਰਨਾ ਸ਼ੁਰੂ ਕੀਤਾ ਉਹਨਾਂ ਨੇ, ਲੋਮੜੀਆਂ ਵਾਂਗ। They tried to please each other। ਇੱਕ ਦੂਜੇ ਦੀ ਝੂਠੀ ਤਾਰੀਫ ਕਰਨੀ ਸ਼ੁਰੂ ਕੀਤੀ। Then they took another glass। ਦੂਜੇ ਰਾਉਂਡ ਦੇ ਵਿੱਚ they started fighting like wolves। ਇੱਕ ਦੂਜੇ ਦੇ ਨਾਲ ਉਹਨਾਂ ਨੇ ਬਗਿਆੜਾਂ ਵਾਂਗ ਲੜਨਾ ਸ਼ੁਰੂ ਕਰ ਦਿੱਤਾ। They hit one another on the nose। ਇੱਕ ਦੂਜੇ ਦੇ ਨੱਕ ਤੇ ਮਾਰਨਾ ਸ਼ੁਰੂ ਕੀਤਾ। After another glass ਯਾਨੀ ਤੀਜੇ ਗਲਾਸ ਤੋਂ ਬਾਅਦ they started making noises like the pigs। ਉਹਨਾਂ ਨੇ ਸੂਅਰਾਂ ਵਾਂਗ ਆਵਾਜ਼ਾਂ ਕੱਢਣੀਆਂ ਸ਼ੁਰੂ ਕਰਤੀਆਂ। When the guests started leaving, the peasant went out to bid them goodbye। ਜਦੋਂ ਜਾਣ ਲੱਗੇ ਤਾਂ ਉਹ ਆਪ ਕਿਸਾਨ ਬਾਹਰ ਗਿਆ ਉਹਨਾਂ ਨੂੰ ਬਾਏ ਕਰਨ ਲਈ, ਸੀ ਆਫ ਕਰਨ ਲਈ। He fell down on his nose in the mud। ਉਹ ਚਿੱਕੜ ਦੇ ਵਿੱਚ ਮੂੰਹ ਦੇ ਬਲ ਗਿਰਿਆ। He lay there making noises like a pig। ਤੇ ਉੱਥੇ ਹੀ ਪਿਆ ਰਿਹਾ ਜਿਵੇਂ ਸੂਰ ਆਵਾਜ਼ ਕੱਢਦਾ ਉੱਥੇ ਉਹ ਪਿਆ ਹੋਇਆ ਉਹੋ ਜਿਹੀ ਆਵਾਜ਼ਾਂ ਕੱਢ ਰਿਹਾ ਸੀ। ਅੱਗੇ what made the devil happy। ਡੈਵਲ ਨੂੰ ਕਿਹੜੀ ਚੀਜ਼ ਤੋਂ ਖੁਸ਼ੀ ਮਿਲੀ। The devil saw that the peasant had invited his wealthy friends। ਡੈਵਲ ਨੇ ਦੇਖਿਆ ਕਿ ਕਿਸਾਨ ਨੇ ਆਪਣੇ ਅਮੀਰ ਦੋਸਤਾਂ ਨੂੰ ਉੱਥੇ ਇਨਵਾਈਟ ਕੀਤਾ ਘਰੇ ਸ਼ਰਾਬ ਦੇ ਲਈ।
He was giving them drinks, ਉਹਨਾਂ ਨੂੰ ਸ਼ਰਾਬ ਦੇ ਰਿਹਾ ਸੀ. His wife was going round with the drinks, ਮਤਲਬ ਉਹਦੀ wife serve ਕਰ ਰਹੀ ਸੀ ਸ਼ਰਾਬ. She fell against the table, table ਤੋਂ ਟਕਰਾ ਕੇ ਗਿਰ ਗਈ. A glass full fell on the floor ਤੇ ਸ਼ਰਾਬ ਵੀ ਗਿਰ ਗਈ ਸੀ. The peasant shouted angrily at her. Peasant ਕਿਸਾਨ ਉਹਦੇ ਤੇ ਚੀਕਿਆ ਗੁੱਸੇ ਦੇ ਵਿੱਚ. He began to serve the drinks himself. ਉਹਨੇ ਆਪ ਸਰਵ ਕਰਨਾ ਸ਼ੁਰੂ ਕਰਤਾ ਦਾਰੂ. A poor man came. ਤੇ ਉਸ ਵੇਲੇ ਜਦ ਪਾਰਟੀ ਚੱਲ ਰਹੀ ਸੀ, ਕੰਮ ਕਰਦਾ ਹੋਇਆ ਇੱਕ ਗਰੀਬ ਇਨਸਾਨ ਉੱਥੋਂ ਲੰਘ ਰਿਹਾ ਸੀ. He was very tired and thirsty. ਬਹੁਤ ਥੱਕਿਆ ਹੋਇਆ ਸੀ, ਪਿਆਸ ਵੀ ਲੱਗੀ ਸੀ. ਉਹਦੇ ਪਾਣੀ ਮੰਗਿਆ, but the peasant did not give him any drink. peasant ਨੇ ਕਿਹਾ ਮੈਂ ਸਾਰਿਆਂ ਲਈ ਥੋੜੀ ਇੱਥੇ ਲੰਗਰ ਲਾਇਆ ਹੋਇਆ ਵੀ ਮੈਂ ਤੁਹਾਨੂੰ ਡਰਿੰਕ ਦੇਵਾਂ. ਉਹਨੇ ਨਹੀਂ ਦਿੱਤਾ, ਉਹਨੂੰ ਮਦਦ ਨਹੀਂ ਕੀਤੀ ਉਹਦੀ. He kept drinking with his rich friends. ਸਗੋਂ ਆਪ ਉਹ ਪੀਂਦਾ ਰਿਹਾ ਆਪਣੇ ਅਮੀਰ ਦੋਸਤਾਂ ਦੇ ਨਾਲ. Soon they started behaving like foxes. ਜਿਵੇਂ ਆਪਾਂ ਪੜ੍ਹਿਆ ਜਲਦੀ ਹੀ ਉਹਨਾਂ ਨੇ foxes ਵਾਂਗ behave ਕਰਨਾ ਸ਼ੁਰੂ ਕੀਤਾ. They told nice lies about each other. ਇੱਕ ਦੂਜੇ ਬਾਰੇ ਝੂਠੀਆਂ ਗੱਲਾਂ ਤਾਰੀਫਾਂ ਕਰਨੀਆਂ ਸ਼ੁਰੂ ਕੀਤੀਆਂ. Then they took another glass each. ਫਿਰ ਦੂਜਾ ਗਲਾਸ ਉਹਨਾਂ ਨੇ ਜਦ ਪੀਤਾ, now they started fighting like wolves. ਦੇ ਵਾਂਗ fight ਕਰਨਾ ਸ਼ੁਰੂ ਕੀਤਾ. And after another glass, ਤੀਜੇ ਗਲਾਸ ਤੋਂ ਬਾਅਦ they started making noises like pigs. ਸੂਅਰਾਂ ਵਾਂਗ ਆਵਾਜ਼ਾਂ ਕੱਢਣੀਆਂ ਸ਼ੁਰੂ ਕਰਤੀਆਂ. Then the guests started leaving. ਫਿਰ guests ਨੇ ਜਾਣਾ ਸ਼ੁਰੂ ਕਰਤਾ ਘਰੇ ਨੂੰ. The peasant went out to bid them goodbye. Peasant ਕਿਸਾਨ ਆਪ ਗਿਆ ਬਾਹਰ ਉਹਨਾਂ ਨੂੰ ਬਾਏ ਕਰਨ ਦੇ ਲਈ. He fell on his nose into the muddy water. ਚਿੱਕੜ ਵਾਲੇ ਪਾਣੀ ਵਿੱਚ ਉਹ ਆਪ ਮੂੰਹ ਦੇ ਬਲ ਉੱਥੇ ਗਿਰ ਗਿਆ. He ਇੱਥੇ ਆਏਗਾ lay there making noises like a pig. ਉੱਥੇ ਹੀ ਪਿਆ ਰਿਹਾ, ਸੂਅਰ ਦੇ ਵਾਂਗ ਆਵਾਜ਼ਾਂ ਕੱਢਦਾ ਰਿਹਾ. All this pleased the devil very much. ਤੇ ਸਭ ਕੁਝ ਦੇਖ ਕੇ ਜਿਹੜਾ ਡੈਵਲ ਸੀ, ਸ਼ੈਤਾਨ ਸੀ, ਉਹ ਬਹੁਤ ਖੁਸ਼ ਹੋਇਆ. Okay. Describe the effect of vodka on the peasant's guest. ਆਪਾਂ ਕਿੰਨੀ ਵਾਰ ਡਿਸਕਸ ਕੀਤਾ ਹੈ ਵੀ ਦੋਸਤਾਂ ਤੇ ਕੀ ਇਫੈਕਟ ਪਿਆ ਸੀ ਸ਼ਰਾਬ ਦਾ. The peasant and his guests behaved like wild animals after drinking vodka. ਸ਼ਰਾਬ ਪੀਣ ਤੋਂ ਬਾਅਦ ਉਹ ਸਾਰੇ ਜੰਗਲੀ ਜਾਨਵਰਾਂ ਵਾਂਗ behave ਕਰ ਰਹੇ ਸੀ. ਪਹਿਲਾ ਰਾਉਂਡ ਪੀਣ ਤੋਂ ਬਾਅਦ first they behaved like foxes. ਪਹਿਲਾਂ ਉਹਨਾਂ ਨੇ ਲੋਮੜੀ ਵਾਂਗ behave ਕੀਤਾ. They told nice lies about each other. ਇੱਕ ਦੂਜੇ ਬਾਰੇ ਝੂਠੀਆਂ ਗੱਲਾਂ ਤਾਰੀਫਾਂ ਕਰਨੀਆਂ ਸ਼ੁਰੂ ਕਰਤੀਆਂ. They were trying to please each other. ਕਹਿਣ ਦਾ ਮਤਲਬ ਇੱਕ ਦੂਜੇ ਨੂੰ ਖੁਸ਼ ਕਰਨ ਦੀ ਬਹੁਤ ਟਰਾਈ ਕੀਤੀ, ਕੋਸ਼ਿਸ਼ ਕੀਤੀ. When they drank another glass each, ਜਦ ਉਹਨਾਂ ਨੇ ਦੂਜਾ ਗਲਾਸ ਪੀਤਾ, their talk became wilder and rougher. ਦੂਜਾ ਗਲਾਸ ਪੀਣ ਤੋਂ ਬਾਅਦ ਉਹਨਾਂ ਦੀਆਂ ਗੱਲਬਾਤ ਜਿਹੜੀ ਸੀ ਉਹ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਗੰਭੀਰ ਹੋ ਗਈ, ਗੱਲ ਹੋਰ ਜ਼ਿਆਦਾ ਭਿਆਨਕ ਹੋ ਗਈ, ਰਫ ਹੋ ਗਈ. They began to shout at one another. ਇੱਕ ਦੂਜੇ ਤੇ ਉਹਨਾਂ ਨੇ ਰੌਲਾ ਪਾਣਾ ਸ਼ੁਰੂ ਕਰਤਾ, ਚੀਕਣਾ ਸ਼ੁਰੂ ਕਰਤਾ. Soon they started fighting. ਤੇ ਲੜਨਾ ਵੀ ਸ਼ੁਰੂ ਕਰਤਾ. They hit one another on the nose. ਮੂੰਹ ਤੇ ਮਾਰਨਾ ਮਤਲਬ ਨੱਕ ਤੇ ਮਾਰਨਾ ਸ਼ੁਰੂ ਕਰਤਾ. The peasant also joined in the fight. ਕਿਸਾਨ ਨੇ ਵੀ ਲੜਾਈ ਜੁਆਇਨ ਕਰਤੀ. All of them looked like wolves. ਸਾਰੇ ਬਘਿਆੜਾਂ ਵਾਂਗ ਲੜ ਰਹੇ ਸੀ. After taking another glass, ਤੀਜਾ ਗਲਾਸ ਪੀਣ ਤੋਂ ਬਾਅਦ they started behaving like pigs. ਯਾਨੀ ਉਹਨਾਂ ਨੇ ਸੂਅਰਾਂ ਵਾਂਗ behave ਕਰਨਾ ਸ਼ੁਰੂ ਕਰਤਾ. They made strange noises. ਆਵਾਜ਼ਾਂ ਕੱਢਣੀਆਂ ਸ਼ੁਰੂ ਕੀਤੀਆਂ. They shouted without knowing why. ਇੰਨਾ ਸ਼ੋਰ ਮਚਾਉਣਾ ਸ਼ੁਰੂ ਕਰਤਾ ਵੀ ਪਤਾ ਹੀ ਨਹੀਂ ਚੱਲ ਰਿਹਾ ਸੀ ਕਿਉਂ ਸ਼ੋਰ ਮਚਾ ਰਹੇ ਨੇ. They didn't listen to one another. ਇੱਕ ਦੂਜੇ ਦੀ ਗੱਲ ਨਹੀਂ ਸੁਣ ਰਹੇ ਸੀ. When the guests started leaving, the host went out to bid them goodbye. ਉਹ ਆਪ ਲੋਕਾਂ ਨੂੰ ਛੱਡਣ ਲਈ ਬਾਹਰ ਗਿਆ ਸੀ. He fell on his nose in the mud. ਉਹ ਆਪ ਨੱਕ ਦੇ ਬਲ ਜਾਂ ਆਪਾਂ ਕਹਿ ਸਕਦੇ ਹਾਂ ਮੂੰਹ ਦੇ ਬਲ ਮਿੱਟੀ ਵਾਲੇ ਪਾਣੀ ਵਿੱਚ ਗਿਰ ਗਿਆ ਜਦੋਂ ਬਾਹਰ ਦੋਸਤਾਂ ਨੂੰ ਛੱਡਣ ਗਿਆ. He lay there making noises like a pig. ਤੇ ਉੱਥੇ ਪਿਆ ਰਿਹਾ ਸੂਅਰਾਂ ਵਾਂਗ ਆਵਾਜ਼ਾਂ ਕੱਢਦਾ ਹੋਇਆ. ਅੱਗੇ What is the message contained in the story The Peasant's Bread? Explain. ਇਹ ਬਹੁਤ important question ਹੈ ਵੀ ਇਸ ਕਹਾਣੀ ਤੋਂ ਕੀ ਮੈਸੇਜ ਮਿਲਦਾ ਹੈ. The message contained in this story is that when a man has more than he needs, he begins to find ways of pleasure. ਇਹ ਗੱਲ ਸੱਚ ਹੈ ਕਿ ਜਦੋਂ ਵਿਅਕਤੀ ਦੇ ਕੋਲ ਉਸਦੀ ਉਮੀਦ ਤੋਂ ਵੱਧ ਹੁੰਦਾ ਹੈ ਤਾਂ ਉਹ ਆਨੰਦ ਦੇ ਨਵੇਂ-ਨਵੇਂ ਰਸਤੇ ਲੱਭਣੇ ਸ਼ੁਰੂ ਕਰਦਾ ਹੈ ਵੀ ਕਿਵੇਂ ਮਜ਼ਾ ਲਿਆ ਜਾ ਸਕੇ. All these pleasures at last land him into the hands of the devils. ਤੇ ਇਹ ਜਿਹੜੇ ਅੰਤ ਦੇ ਵਿੱਚ ਖੁਸ਼ੀਆਂ ਹੈਗੀਆਂ ਨੇ ਜੋ ਰਸਤੇ ਲੱਭ ਰਹੇ ਸ਼ੈਤਾਨ ਦੇ ਹੱਥਾਂ ਦੇ ਵਿੱਚ ਉਹਨੂੰ ਦੇ ਦਿੰਦੀਆਂ ਨੇ. As long as the peasant, the main character in the story, was poor, he remained contented. ਜਿੰਨੀ ਚਿਰ ਉਹ ਕਿਸਾਨ ਜਿਹੜਾ ਮੁੱਖ ਪਾਤਰ ਹੈ ਇਸ ਕਹਾਣੀ ਦਾ ਗਰੀਬ ਸੀ, ਉਹ ਸੰਤੁਸ਼ਟ ਸੀ.
He made no trouble when he lost his only piece of bread. ਉਹਨੂੰ ਕੋਈ ਦੁੱਖ ਨਹੀਂ ਹੋਇਆ ਸੀ ਜਦ ਉਹਦਾ ਖਾਣਾ ਚੋਰੀ ਹੋ ਗਿਆ ਸੀ. But when he had much corn to spare, he looked for pleasure in vodka. ਪਰ ਜਦ ਉਹਦੇ ਕੋਲ ਜਿਹੜੀ ਫਸਲ ਸੀ ਉਹ ਬਚ ਗਈ ਸੀ, ਵੱਧ ਆ ਗਈ ਸੀ, ਤਾਂ ਉਹਨੇ ਨਵੇਂ-ਨਵੇਂ ਰਸਤੇ ਖੁਸ਼ੀ ਦੇ ਲੱਭਣੇ ਸ਼ੁਰੂ ਕਰਤੇ ਤੇ ਵੋਡਕਾ ਵੀ ਪੀਣੀ ਸ਼ੁਰੂ ਕਰਤੀ. Now the blood of wild animals like the fox, the wolf and the pig showed itself in him. ਤੇ ਜਦ दारू ਪੀਣੀ ਸ਼ੁਰੂ ਕਰਤੀ ਤਾਂ ਜਾਨਵਰਾਂ ਦਾ ਖੂਨ ਆਪਾਂ ਕਹਿ ਸਕਦੇ ਹਾਂ ਉਹਦੇ ਵਿੱਚ ਉਬਾਲੇ ਮਾਰ ਰਿਹਾ ਸੀ. ਕਿਹਦਾ ਖੂਨ ਮਾਰ ਰਿਹਾ ਸੀ? ਉਬਾਲੇ ਲੋਮੜੀ ਦਾ, ਬਘਿਆੜ ਦਾ, ਸੂਰ ਦਾ. In fact, the blood of wild animals is always there in men. ਦੇਖੋ ਇਹ ਗੱਲ ਤਾਂ ਸੱਚ ਹੈ ਵੀ ਜੰਗਲੀ ਜਾਨਵਰਾਂ ਦਾ ਜਿਹੜਾ ਖੂਨ ਹੈ ਉਹ ਤਾਂ ਹਮੇਸ਼ਾ ਇਨਸਾਨਾਂ ਵਿੱਚ ਰਹਿੰਦਾ ਹੈ. ਇਹ ਤਾਂ ਆਪਾਂ ਇਨਸਾਨ ਬਣੇ ਹੋਏ ਆ ਇਸੇ ਕਰਕੇ ਚੁੱਪ ਹਾਂ, ਪਰ ਜਦ ਸਾਨੂੰ ਗੁੱਸਾ ਆਉਂਦਾ ਸੀ ਤਾਂ ਜਾਨਵਰਾਂ ਵਾਂਗ ਕਈ ਵਾਰ ਬਿਹੇਵ ਕਰਦੇ ਹਾਂ. It is kept under control as long as man, ਇੱਥੇ ਆਏਗਾ man have as much as they, ठीक है man नहीं आएगा, have आ गया, is as much as they need. ਇਹ ਸਭ ਕੁਝ ਅੰਡਰ ਚੈੱਕ ਰਹਿੰਦਾ ਜੋ ਸਾਡਾ ਰਵੱਈਆ ਹੈ ਜਦ ਤੱਕ ਸਾਡੇ ਕੋਲ ਉਨਾ ਹੋਏ ਜਿੰਨੀ ਸਾਨੂੰ ਲੋੜ ਹੈਗੀ ਹੈ. But when they have more than they need, the blood of wild animals automatically springs up in them. ਵੀ ਜਦ ਉਹਨਾਂ ਕੋਲ ਲੋੜ ਤੋਂ ਵੱਧ ਹੋ ਜਾਂਦਾ ਹੈ ਤਾਂ ਜੰਗਲੀ ਜਾਨਵਰਾਂ ਦਾ ਜਿਹੜਾ ਲਹੂ ਹੈ ਉਹ ਆਪਣੇ ਆਪ ਹੀ ਉਹਨਾਂ ਵਿੱਚ ਉੱਗ ਜਾਂਦਾ, ਬਾਹਰ ਆਉਣ ਨੂੰ ਫਿਰਦਾ. And they fall into the hands of the devil. ਦੇ ਸ਼ੈਤਾਨ ਦੇ ਹੱਥਾਂ ਵਿੱਚ ਪੈ ਜਾਂਦੇ ਨੇ. ਅੱਗੇ, is wealth bad in itself? ਕਿ ਜੋ ਦੌਲਤ ਹੈ ਆਪਣੇ ਆਪ ਵਿੱਚ ਮਾੜੀ ਹੈਗੀ ਹੈ. How can it destroy people? ਲੋਕਾਂ ਨੂੰ ਕਿਵੇਂ ਤਬਾਹ ਕਰ ਸਕਦੀ ਹੈ? Give your views, ਆਪਣੇ ਵਿਚਾਰ ਪ੍ਰਗਟ ਕਰੋ. ਦੇਖੋ, in fact nothing is good or bad in itself. ਕੋਈ ਵੀ ਚੀਜ਼ ਚੰਗੀ ਜਾਂ ਮਾੜੀ ਨਹੀਂ ਹੈ. It all depends upon the use we put it to. ਇਹ ਸਭ ਉਹਦੇ ਤੇ ਡਿਪੈਂਡ ਕਰਦਾ ਵੀ ਅਸੀਂ ਉਹਨੂੰ ਕਿਸ use ਲਈ use ਕਰਦੇ ਹਾਂ. Similarly, wealth too is not bad in itself. ਜਿਹੜੀ ਦੌਲਤ ਹੈਗੀ ਆ ਆਪਣੇ ਆਪ ਵਿੱਚ ਮਾੜੀ ਨਹੀਂ ਹੈ, ਉਹ ਤੁਹਾਨੂੰ ਕੋਈ ਨੁਕਸਾਨ ਨਹੀਂ ਦੇ ਰਹੀ. No doubt wealth is a great source of pleasure. ਇਹਦੇ ਤੋਂ ਖੁਸ਼ੀ ਵੀ ਮਿਲਦੀ ਹੈ ਦੌਲਤ ਤੋਂ. But it depends on us what sort of pleasure we want to derive from it. ਮਤਲਬ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਵੀ ਆਪਣੇ ਕੋਲ ਜਿਹੜਾ ਪੈਸਾ ਹੈ ਗਰੀਬ ਲੋਕਾਂ ਦੀ ਮਦਦ ਲਈ ਆਪਾਂ ਯੂਜ਼ ਕਰਦੇ ਹਾਂ ਜਾਂ ਦਾਰੂ, ਸ਼ਰਾਬ, ਇਹ ਸਭ ਚੀਜ਼ਾਂ ਤੇ ਵੇਸਟ ਕਰਦੇ ਹਾਂ. ਖੁਸ਼ੀ ਤਾਂ ਦੋਨਾਂ ਤੋਂ ਮਿਲਦੀ ਹੈ. Wealth is a blessing if we use it for noble purposes. ਇਹ ਜਿਹੜੀ ਦੌਲਤ ਹੈਗੀ ਹੈ ਇਹ ਬਰਕਤ ਦਿੰਦੀ ਹੈ ਜੇਕਰ ਆਪਾਂ ਇਹਨੂੰ ਸਹੀ ਤਰੀਕੇ ਨਾਲ ਯੂਜ਼ ਕਰਦੇ ਹਾਂ. And it is a curse if we use it for evil purpose. ਤੇ ਜੇਕਰ ਇਹਨੂੰ ਆਪਾਂ ਗਲਤ ਉਦੇਸ਼ ਦੇ ਨਾਲ, ਮਾੜੇ ਉਦੇਸ਼ ਦੇ ਨਾਲ ਵਰਤਦੇ ਹਾਂ ਤਾਂ ਇਹ ਇੱਕ ਸ਼ਰਾਪ ਦਾ ਕੰਮ ਕਰਦੀ ਹੈ. Wealth itself does not lead man to the way of destruction. ਕਹਿਣ ਦਾ ਮਤਲਬ ਦੌਲਤ ਇਹ ਮਨੁੱਖ ਨੂੰ ਆਪਣੇ ਆਪ ਹੀ ਵਿਨਾਸ਼ ਦੇ ਰਾਹ ਤੇ ਨਹੀਂ ਪਾਉਂਦੀ. Wealth destroys only those persons who adopt evil ways in their life. ਦੌਲਤ ਉਹਨਾਂ ਨੂੰ ਹੀ ਤਬਾਹ ਕਰਦੀ ਹੈ ਜਿਹੜੀ ਜੀਵਨ ਦੇ ਵਿੱਚ ਮਾੜੇ ਰਸਤੇ ਅਪਣਾਉਂਦੇ ਨੇ. It kills the human instinct in those persons and turns them into heartless beasts. ਇਹ ਉਹਨਾਂ ਵਿਅਕਤੀਆਂ ਨੂੰ ਇੱਕ ਜਿਹੜੀ ਮਨੁੱਖੀ ਕਦਰਾਂ ਕੀਮਤਾਂ ਨੇ ਨਾ ਉਹਨਾਂ ਤੋਂ ਵਾਂਝਾ ਕਰ ਦਿੰਦੀ ਹੈ ਤੇ ਉਹਨਾਂ ਨੂੰ ਇੱਕ ਆਪਾਂ ਕਹਿ ਸਕਦੇ ਜਾਨਵਰ ਬਣਾ ਦਿੰਦੀ ਹੈ ਜਾਂ ਫਿਰ ਤੁਸੀਂ ਇਹ ਕਹਿ ਸਕਦੇ ਹੋ ਉਹ ਜੀ ਦਰਿੰਦਾ ਬਣਾ ਦਿੰਦੀ ਹੈ ਜਿਨ੍ਹਾਂ ਦਾ ਕੋਈ ਦਿਲ ਨਹੀਂ ਹੁੰਦਾ, ਜਿਹਦੇ ਕੋਲ ਇਮੋਸ਼ਨਸ ਨਹੀਂ ਹੁੰਦੇ. The rich persons who have, ਜਾਂ ਆਪਾਂ ਕਹਿ ਸਕਦੇ ਹਾਂ the rich people who use their money in drinking and gambling. ਉਹ ਲੋਕ ਜਿਹੜਾ ਪੈਸਾ ਆਪਣਾ ਨਸ਼ਾ ਕਰਨ ਦੇ ਵਿੱਚ ਜਾਂ ਫਿਰ ਸੱਟਾ ਲਾਉਣ ਦੇ ਵਿੱਚ ਯੂਜ਼ ਕਰਦੇ ਆ, surely go to the dogs one day. ਉਹ ਤਾਂ ਬਿਲਕੁਲ ਹੀ ਤਬਾਹ ਹੋ ਹੀ ਜਾਂਦੇ ਨੇ, ਹੈ ਨਾ. And the wealthy men, ਤੇ ਜਿਹੜੇ ਅਮੀਰ ਲੋਕ who use their money for the welfare of others, ਉਹ ਲੋਕ ਜਿਹੜਾ ਆਪਣਾ ਪੈਸਾ ਲੋਕਾਂ ਦੀ ਭਲਾਈ ਦੇ ਵਿੱਚ ਯੂਜ਼ ਕਰਦੇ ਆ, are adored by the world. ਉਹਨਾਂ ਨੂੰ ਵਰਲਡ ਦੇ ਵਿੱਚ, ਦੁਨੀਆ ਦੇ ਵਿੱਚ ਪ੍ਰਸ਼ੰਸਾ ਮਿਲਦੀ ਹੀ ਮਿਲਦੀ ਹੈ. ਠੀਕ ਹੈ, ਇੱਥੇ ਈਡੀਅਮ ਹੈਗਾ go to the dogs, ਕਹਿਣ ਦਾ ਮਤਲਬ ਉਹ ਤਾਂ ਤਬਾਹੀ ਹੁੰਦੀ ਹੀ ਹੁੰਦੀ ਹੈ. ਠੀਕ ਹੈ, ruined, they become ruined, ਤਬਾਹੀ. ਤੇ ਇਹ ਸੀਗੀ ਅੱਜ ਦੀ ਕਲਾਸ. ਮੈਂ ਉਮੀਦ ਕਰਦੀ ਹਾਂ ਵੀ ਤੁਹਾਨੂੰ ਇਸ ਚੈਪਟਰ ਦੇ ਕੁਐਸਚਨ ਆਨਸਰ ਸਮਝ ਆ ਗਏ ਹੋਣਗੇ.